ਦੇ ਮੌਸਮ ਵਿੱਚ ਵੀ ਤੁਸੀਂ ਇੰਨੇ ਸਾਰੇ ਨੰਬਰ ਵਿੱਚ ਇਕੱਠੇ ਹੋ ਇੱਥੇ, ਇਹਦਾ ਮਤਲਬ ਸਾਫ਼ ਹੈ ਕਿ ਤੁਹਾਡੀ ਲੜਾਈ ਜਿਹੜੀ ਹੈਗੀ ਇੱਕ ਐਸੇ ਮੁਕਾਮ ਤੇ ਪਹੁੰਚ ਚੁੱਕੀ ਹੈ ਕਿ ਅੱਜ ਮੈਨੂੰ ਲੱਗਦਾ ਇਹ ਤੋਂ ਪਿੱਛੇ ਮੁੜਨਾ ਹੁਣ ਪੋਸੀਬਲ ਨਹੀਂ ਹੈਗਾ। ਮੈਂ ਇਸ ਕਰਕੇ ਕਹਿ ਰਿਹਾ ਕਿ ਜੋ ਤੁਸੀਂ ਇੱਕ ਬਾਬਾ ਜੀ ਕਿ ਜੋ ਤੁਸੀਂ 26 ਜਨਵਰੀ ਦਾ ਸਰਕਾਰ ਨੂੰ ਤੁਸੀਂ ਇਹ ਮਨਾਤਾ ਹੈਗਾ ਕਿ ਤੁਹਾਡਾ ਟਰੈਕਟਰ ਪਰੇਡ ਉੱਥੇ ਦਿੱਲੀ 'ਚ ਹੋਏਗੀ, ਮੈਨੂੰ ਲੱਗਦਾ ਕਿ ਇਹ ਇੰਨੀ ਬੜੀ ਡਿਵੈਲਪਮੈਂਟ ਹੈ ਕਿ ਤੁਹਾਨੂੰ ਸਿਰਫ ਹਿੰਦੁਸਤਾਨ ਦਾ ਕਿਸਾਨ ਨਹੀਂ ਬਲਕਿ ਦੁਨੀਆ ਦਾ ਕਿਸਾਨ ਵੀ ਅੱਜ ਤੁਹਾਡੀ ਤਰਫ ਦੇਖ ਰਿਹਾ ਹੈਗਾ। ਔਰ ਸਭ ਨੂੰ ਇਹ ਵਿਸ਼ਵਾਸ ਹੈ ਕਿ ਇਹ ਜਿਹੜਾ ਤੁਸੀਂ ਇੱਕ ਮੂਵਮੈਂਟ ਸ਼ੁਰੂ ਕੀਤਾ ਹੈਗਾ, ਜਿਹੜੀ ਤੁਸੀਂ ਆਲਖ ਲਗਾਈ ਹੈਗੀ ਹੈ, ਇਹਦਾ परिणाम ਜਿਹੜਾ ਹੈਗਾ ਉਹ ਤੁਹਾਡੇ ਸਿਰਫ ਹਿੰਦੁਸਤਾਨ ਦੇ ਆਪਣੇ ਬਾਕੀ ਪ੍ਰਦੇਸ਼ਾਂ ਵਿੱਚ ਹੀ ਨਹੀਂ, ਇਹ ਸਾਰੀ ਦੁਨੀਆ ਵਿੱਚ ਹੁਣ ਉਹਦੇ ਅਸਰ ਪੈਣਾ ਸ਼ੁਰੂ ਹੋ ਗਿਆ ਹੈ। ਤੁਸੀਂ ਸੋਚਦੇ ਹੋਗੇ ਕਿ ਤੁਸੀਂ ਇੱਥੇ ਸਿੰਗੂਰ ਬਾਰਡਰ ਤੇ ਖੜੇ ਹੋ, ਇੱਥੇ ਬੈਠੇ ਹੋ ਇੰਨੇ ਦਿਨਾਂ ਤੋਂ, 2 ਮਹੀਨੇ ਤੁਹਾਨੂੰ ਹੋ ਗਏ ਹੈਗੇ ਹੈ, ਔਰ ਤੁਹਾਡੀ ਆਵਾਜ਼ ਨਾਲ ਦੁਨੀਆ ਨਾਲ ਕਿਸ ਤਰ੍ਹਾਂ ਹਲਚਲ ਹੋ ਗਈ ਹੈ, ਇਹ ਤੁਹਾਨੂੰ ਮੈਂ ਕੋਸ਼ਿਸ਼ ਕਰਾਂਗਾ ਥੋੜਾ ਜਿਹਾ ਸਮਝਾਉਣ ਵਾਸਤੇ। ਕੁਝ ਦਿਨ ਪਹਿਲੇ ਮੈਨੂੰ ਇੱਕ ਟੈਲੀਫੋਨ ਆਇਆ, ਉਹ ਕਿਸਾਨ ਕਹਿੰਦਾ ਹੈ ਅਮਰੀਕਾ ਤੋਂ, ਕਹਿੰਦਾ ਜੀ ਇਹ ਜਿਹੜਾ ਹਿੰਦੁਸਤਾਨ ਵਿੱਚ ਹੋ ਰਿਹਾ ਹੈਗਾ ਜਰਾ ਵਿਸਤਾਰ ਨਾਲ ਸਮਝਾਓ ਤਾਂ ਸਹੀ ਕੀ ਹੋ ਰਿਹਾ ਹੈਗਾ। ਮੈਂ ਕਿਹਾ ਜੀ ਇਹ ਕਿਸਾਨ ਜਿਹੜੇ ਹੈਗੇ ਸਾਡੇ ਮੰਗਦੇ ਪਏ ਹੈਗੇ ਕਿ ਮਿਨੀਮਮ ਸਪੋਰਟ ਪ੍ਰਾਈਸ, ਉਹ ਨਿਊਨਤਮ ਸਮਰਥਨ ਮੁੱਲ ਜਿਹੜਾ ਹੈਗਾ ਉਹ ਇੱਕ ਕਿਸਾਨ ਦਾ ਕਾਨੂੰਨੀ ਅਧਿਕਾਰ ਬਣ ਜਾਏ। ਉਹਨੇ ਕਿਹਾ ਜੀ ਅਸੀਂ ਬਹੁਤ ਦਿਨਾਂ ਤੋਂ ਚਰਚਾ ਕਰ ਰਹੇ ਹੈਗੇ ਆ ਕਿ ਜੇ ਹਿੰਦੁਸਤਾਨ ਦੇ ਕਿਸਾਨ ਨੂੰ ਇਹ ਕਾਨੂੰਨੀ ਅਧਿਕਾਰ ਮਿਲ ਜਾਂਦਾ ਹੈਗਾ ਕਿ ਮਿਨੀਮਮ ਸਪੋਰਟ ਪ੍ਰਾਈਸ ਜਾਂ ਮਿਨੀਮਮ ਪ੍ਰਾਈਸ ਮਿਲੇਗਾ ਜਾਂ ਨਿਊਨਤਮ ਮੁੱਲ ਮਿਲੇਗਾ, ਤਾਂ ਅਮਰੀਕਾ ਦੇ ਕਿਸਾਨ ਨੂੰ ਕਿਉਂ ਨਹੀਂ ਮਿਲੇਗਾ, ਅਸੀਂ ਇਹ ਹੁਣ ਸੋਚ ਰਹੇ ਹੈਗੇ। ਕਹਿਣ ਦਾ ਮਤਲਬ ਹੈ ਕਿ ਅਮਰੀਕਾ ਦਾ ਕਿਸਾਨ ਵੀ ਹੁਣ ਇਹ ਸੋਚ ਰਿਹਾ ਹੈਗਾ ਕਿ ਜੋ ਹਿੰਦੁਸਤਾਨ ਦਾ ਕਿਸਾਨ ਇੱਕ ਦੱਸ ਰਿਹਾ ਹੈਗਾ ਸਾਨੂੰ ਕਿ ਨਿਊਨਤਮ ਮੁੱਲ ਹੋਣਾ ਚਾਹੀਦਾ, ਨਿਊਨਤਮ ਪ੍ਰਾਈਸ ਹੋਣਾ ਚਾਹੀਦਾ, ਉਹ ਅਮਰੀਕਾ ਦਾ ਕਿਸਾਨ ਵੀ ਦੁਖੀ ਹੈਗਾ ਮਾਰਕੀਟ ਤੋਂ, ਉਹ ਵੀ ਦੁਖੀ ਹੈਗਾ ਉਸੇ ਸਿਸਟਮ ਤੋਂ ਜੋ ਸਰਕਾਰ ਲੈ ਕੇ ਆਉਣਾ ਚਾਹੁੰਦੀ ਹੈਗੀ ਹੈ। ਉਹ ਵੀ ਆਤਮ ਹੱਤਿਆ ਕਰ ਰਿਹਾ ਹੈਗਾ ਕਿ ਉसी ਸਿਸਟਮ ਤੋਂ ਉਹ ਵੀ ਬਰਬਾਦ ਹੋ ਚੁੱਕਾ ਹੈਗਾ, ਔਰ ਉਹ ਵੀ ਚਾਹੁੰਦਾ ਹੈਗਾ ਕਿ ਉਹਨੂੰ ਵੀ ਇੱਕ ਨਿਊਨਤਮ ਜਾਂ ਮਿਨੀਮਮ ਜਿਹੜਾ ਪ੍ਰਾਈਸ ਹੈ, ਦਾਮ ਜਿਹੜਾ ਹੈਗਾ ਗਾਰੰਟੀਡ, ਜਿਹਨੂੰ ਅਸੀਂ ਇਨਕਮ ਕਹਿੰਦੇ ਆ, ਉਹ ਮਿਲੇ। ਅਮਰੀਕਾ ਦੇ ਨਹੀਂ, ਯੂਰਪ ਦੇ ਕਿਸਾਨ ਵੀ, ਕੈਨੇਡਾ ਦੇ ਕਿਸਾਨ ਵੀ ਰੋਜ਼ਾਨਾ ਮੈਨੂੰ ਫੋਨ ਕਰਦੇ ਹੈਗੇ, ਜਾਣਨਾ ਚਾਹੁੰਦੇ ਹੈਗੇ ਆ, ਔਰ ਕੋਸ਼ਿਸ਼ ਹੋ ਰਹੀ ਹੈ ਕਿ ਸਰ ਸਾਡੇ ਕੋਲ ਵੀ ਤੁਸੀਂ ਆਓ, ਇੱਥੇ ਸਾਨੂੰ ਦੱਸੋ ਕਿ ਅਸੀਂ ਕਿਸ ਤਰ੍ਹਾਂ ਇਹ ਜਿਹੜੀ ਪੰਜਾਬ 'ਚ ਜਾਂ ਹਰਿਆਣਾ ਜਾਂ ਦੇਸ਼ ਦੇ ਕਿਸਾਨ ਹੁਣ ਜਿਹੜੇ ਇੱਕ ਅਲਖ ਲਗਾਤੀ ਹੈਗੀ ਹੈ, ਉਹ ਅਸੀਂ ਕਿਸ ਤਰ੍ਹਾਂ ਇਸ ਦਾ ਇੱਕ ਉਹਦਾ ਅਸਰ ਜਿਹੜਾ ਹੈਗਾ ਆਪਣੀ ਸਰਕਾਰਾਂ ਤੇ ਜ਼ੋਰ ਪਾਈਏ ਕਿ ਸਾਨੂੰ ਵੀ ਉਹੀ ਚਾਹੀਦਾ ਹੈਗਾ ਕਿ ਜੋ ਹਿੰਦੁਸਤਾਨ ਦੇ ਕਿਸਾਨ ਮੰਗ ਰਹੇ ਹੈਗੇ। ਇਹ ਬਹੁਤ ਬੜੀ ਅਚੀਵਮੈਂਟ ਹੈ ਤੁਹਾਡੀ, ਤੁਹਾਨੂੰ ਸ਼ਾਇਦ ਇਸ ਗੱਲ ਦਾ ਪਰਖ ਹੀ ਨਹੀਂ ਹੈਗਾ ਕਿ ਤੁਸੀਂ ਕਿੰਨਾ ਬੜਾ ਬਦਲਾਵ ਜਾਂ ਹਲਚਲ ਸਾਰੀ ਦੁਨੀਆ ਦੇ ਕਿਸ ਐਗਰੀਕਲਚਰ ਦੇ ਇਤਿਹਾਸ ਵਿੱਚ ਲਿਆਤੀ ਹੈਗੀ ਹੈ। ਤੁਹਾਨੂੰ ਦੁਨੀਆ ਇਸ ਕਰਕੇ ਦੇਖ ਰਹੀ ਹੈ ਕਿ ਜੋ ਸੋਲੂਸ਼ਨ ਉਹਨਾਂ ਨੂੰ 60, 70, 80 ਸਾਲਾਂ ਤੋਂ ਨਹੀਂ ਮਿਲਿਆ, ਉਹ ਤੁਸੀਂ, ਤੁਹਾਡੀ ਜਿਹੜੀ ਅੱਜ ਇਹ ਮੂਵਮੈਂਟ ਹੈ, ਤੁਹਾਡੀ ਜਿਹੜੀ ਇਹ ਪ੍ਰੋਟੈਸਟ ਹੈ, ਤੁਹਾਡੀ ਜਿਹੜੀ ਇਹ ਕੋਸ਼ਿਸ਼ ਹੈ ਕਿ ਵੀ ਤੁਸੀਂ ਦੁਨੀਆ ਨੂੰ ਸਬਕ ਸਿਖਾਓ ਜਾਂ ਦੁਨੀਆ ਨੂੰ ਦਿਖਾਓ ਕਿਉਂ ਕਿਸਾਨ ਮਰ ਰਿਹਾ ਹੈਗਾ, ਕਿਉਂ ਕਿਸਾਨ ਚਾਹੁੰਦਾ ਹੈ ਕਿ ਭਾਈ ਇਸ ਦੁੱਖ ਦਰਦ ਚੋਂ ਜਾਂ ਇਸ ਟ੍ਰੈਪ ਵਿੱਚੋਂ, ਜਿਹਨੂੰ ਕਹਿੰਦੇ ਹੈਗੇ ਜੰਗਾਲ ਵਿੱਚ, ਜਦੋਂ ਜਾਲ ਵਿੱਚੋਂ ਨਿਕਲਿਆ ਜਾਏ। ਔਰ ਇਹ ਮੈਨੂੰ ਲੱਗਦਾ ਕਿ ਬਹੁਤ ਬੜਾ ਇੱਕ ਸੰਦੇਸ਼ਾ ਹੈਗਾ ਦੁਨੀਆ ਵਾਸਤੇ, ਕਿਉਂਕਿ ਦੁਨੀਆ ਦੀ ਜਿਹੜੀ ਟ੍ਰੇਡ ਹੁੰਦੀ ਹੈ, ਜਿਹਨੂੰ ਅਸੀਂ ਕਹਿੰਦੇ ਹੈਗੇ ਆ WTO ਦੇ ਮਾਧਿਅਮ ਤੋਂ, ਵਰਲਡ ਟ੍ਰੇਡ ਆਰਗੇਨਾਈਜੇਸ਼ਨ, ਤੁਸੀਂ ਜਾਣਦੇ ਹੋ, ਬਹੁਤ ਸੁਣਿਆ ਹੈਗਾ WTO, ਉਹਦੇ ਵਿੱਚ ਵੀ ਹਲਚਲ ਹੈਗੀ ਹੈ, ਕਿਉਂਕਿ ਜੋ ਤੁਸੀਂ ਮੰਗ ਰਹੇ ਹੋ ਉਹ ਬੜੇ ਦੇਸ਼ ਕਹਿੰਦੇ ਆ ਕਿ ਨਹੀਂ ਹੋਣਾ ਚਾਹੀਦਾ। ਉਹ ਕਹਿੰਦੇ ਆ ਕਿ ਮਿਨੀਮਮ ਸਪੋਰਟ ਪ੍ਰਾਈਸ ਜਿਹੜਾ ਹੈਗਾ ਕਣਕ ਔਰ ਝੋਨੇ ਤੇ ਉਹਨੂੰ ਹਟਾ ਦਿਓ। ਪਿਛਲੇ ਹਫਤੇ ਇੱਕ ਜਨੇਵਾ ਵਿੱਚ, ਅਮਰੀਕਾ ਵਿੱਚ ਜਨੇਵਾ 'ਚ ਇੱਕ ਮੀਟਿੰਗ ਹੋਈ ਸੀਗੀ, ਜਿਹਦੇ ਵਿੱਚ ਅਮਰੀਕਾ ਨੇ ਜ਼ੋਰ ਪਾਇਆ ਹਿੰਦੁਸਤਾਨ ਦੇ ਉੱਪਰ ਕਿ MSP ਖਤਮ ਕਰੋ। ਤੁਹਾਨੂੰ ਸਮਝਣਾ ਬਹੁਤ ਜ਼ਰੂਰੀ ਹੈ ਕਿ MSP ਇੱਕ ਤਰਫ ਤਾਂ ਖਤਮ ਕਰਨ ਦੀ ਗੱਲ ਹੋ ਰਹੀ ਹੈ, ਔਰ ਤੁਸੀਂ ਕਹਿ ਰਹੇ ਹੋ ਕਿ MSP ਸਿਰਫ ਝੋਨੇ ਔਰ ਕਣਕ ਤੇ ਨਹੀਂ ਹੈ, ਸਾਰੀ ਫਸਲਾਂ ਤੇ, ਯਾਨੀ 23 ਫਸਲਾਂ ਤੇ ਜਿਹੜਾ ਸਰਕਾਰ ਹਰ ਸਾਲ ਅਨਾਉਂਸ ਕਰਦੀ ਹੈ MSP, ਉਹਦੇ ਉੱਪਰ ਇੱਕ ਕਾਨੂੰਨੀ ਅਧਿਕਾਰ ਬਣ ਜਾਏ। ਪਰ ਉਹ ਕਹਿੰਦੇ ਆ ਕਿ ਨਹੀਂ, ਇਹਨੂੰ ਖਤਮ ਕਰੋ। ਤਾਂ ਜਿਹੜੀ ਤੁਹਾਡੀ ਆਵਾਜ਼ ਹੈ, ਜਿਹੜੀ ਤੁਹਾਡੀ ਕੋਸ਼ਿਸ਼ ਹੈ, ਮੈਨੂੰ ਲੱਗਦਾ ਕਿ ਉਹ ਇੰਟਰਨੈਸ਼ਨਲ ਟ੍ਰੇਡ ਨੂੰ ਵੀ ਜਾਂ WTO ਨੂੰ ਵੀ ਹਿਲਾ ਕੇ ਰੱਖ ਦੇਗੀ, ਕਿਉਂਕਿ ਜਦ ਤੁਹਾਡੀ ਆਵਾਜ਼ ਦੁਨੀਆ ਦੇ ਬਾਕੀ ਕਿਸਾਨ ਜਿਹੜੇ ਹੈਗੇ ਆ, ਅਮਰੀਕਾ, ਯੂਰਪ, ਕੈਨੇਡਾ, ਆਸਟ੍ਰੇਲੀਆ, ਇਹ ਬੜੇ ਮੁਲਕਾਂ ਦੇ ਜਦ ਕਿਸਾਨ ਆਪਣੀ ਆਵਾਜ਼, ਤੁਹਾਡੀ ਆਵਾਜ਼ ਨੂੰ ਆਪਣੀ ਆਵਾਜ਼ ਬਣਾ ਲੈਂਦੇ ਹੈਗੇ ਆ, ਤਾਂ ਤੁਸੀਂ ਦੇਖੋ ਕਿ ਦੁਨੀਆ ਦੀ ਇੰਟਰਨੈਸ਼ਨਲ ਟ੍ਰੇਡ ਦੇ ਉੱਪਰ ਕਿੰਨਾ ਉਹਦਾ ਫਰਕ ਪਏਗਾ। ਇਹ ਇਸ ਕਰਕੇ ਕਹਿ ਰਿਹਾ ਹੈਗਾ ਕਿ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਭਾਈ ਅਗਰ ਅਸੀਂ MSP ਦੇਵਾਂਗੇ ਕਿਸਾਨਾਂ ਨੂੰ ਸਾਰੀ ਫਸਲਾਂ ਤੇ, ਤਾਂ 17 ਲੱਖ ਕਰੋੜ ਦਾ ਖਰਚਾ ਆਏਗਾ ਸਰਕਾਰ ਦੇ ਉੱਪਰ। ਇਹ ਬਿਲਕੁਲ ਗਲਤ ਸੋਚ ਹੈ। ਇਹ ਸਾਨੂੰ ਤਾਂ ਦੱਸਿਆ ਜਾਂਦਾ ਹੈ ਤਾਂ ਕਿ ਅਸੀਂ ਡਰੀਏ। ਇੱਕ ਜਿਹਨੂੰ ਅੰਗਰੇਜ਼ੀ 'ਚ ਕਹਿੰਦੇ ਆ ਫੀਅਰ ਸਾਈਕੋਸਿਸ,
ਤਾਂ ਕਿ ਤੁਹਾਨੂੰ ਡਰਾਇਆ ਜਾਏ ਕਿ ਬਈ ਇੰਨਾ ਤਾਂ ਪੈਸਾ ਸਰਕਾਰ ਕੋਲ ਹੈ ਹੀ ਨਹੀਂ ਹੈ। ਮੈਨੂੰ ਯਾਦ ਹੈ ਜਦ ਮੈਂ ਪਹਿਲੀ ਵਾਰ ਕਿਹਾ ਸੀਗਾ ਕਿ ਕਿਸਾਨਾਂ ਨੂੰ ਡਾਇਰੈਕਟ ਇਨਕਮ ਸਪੋਰਟ ਮਿਲਣੀ ਚਾਹੀਦੀ ਹੈ, ਯਾਨੀ ਕਿਸਾਨਾਂ ਨੂੰ ਸਿੱਧਾ ਸਰਕਾਰ ਜਿਹੜੀ ਹੈਗੀ ਹੈ ਇਨਕਮ ਦੇ, ਤਾਂ ਮੈਨੂੰ ਬਹੁਤ ਲੋਕਾਂ ਨੇ ਕਿਹਾ ਸੀ, ਇਕੋਨੋਮਿਸਟ ਨੇ ਕਿਹਾ ਸੀਗਾ ਕਿ ਇਹ ਆਦਮੀ ਪਾਗਲ ਹੋ ਗਿਆ ਹੈਗਾ, ਇੰਨਾ ਤਾਂ ਪੈਸਾ ਸਾਡੇ ਦੇਸ਼ ਵਿੱਚ ਹੈਗਾ ਹੀ ਨਹੀਂ ਹੈ। ਪਰ ਇੱਕ ਚੀਜ਼ ਮੰਨਣੀ ਪਏਗੀ, ਜਦ ਸਰਕਾਰ ਨੇ PM ਕਿਸਾਨ ਨਿਧੀ ਸਕੀਮ ਸ਼ੁਰੂ ਕੀਤੀ ਹੈ ਜਿਹਦੇ ਵਿੱਚ ਤੁਹਾਨੂੰ ਕਿਸਾਨਾਂ ਨੂੰ 6000 ਰੁਪਏ ਹਰ ਸਾਲ ਦਾ ਮਿਲਦਾ ਹੈਗਾ, ਉਹ ਘੱਟ ਹੈਗਾ, ਸਭ ਜਾਣਦੇ ਹੈਗੇ ਕਿ ਅਸੀਂ ਉਹ ਬਹੁਤ ਘੱਟ ਹੈਗਾ, ਉਹਦਾ ਕੋਈ ਜ਼ਿਆਦਾ ਮਤਲਬ ਨਹੀਂ ਹੈ, ਪਰ ਇੱਕ ਸ਼ੁਰੂਆਤ ਤਾਂ ਹੋਈ ਨਾ, ਸ਼ੁਰੂਆਤ ਤਾਂ ਹੋਈ ਹੈ। ਅਗਰ ਅੱਜ 6000 ਤੁਹਾਨੂੰ ਮਿਲਦਾ ਹੈਗਾ, ਇੱਕ ਦਿਨ ਐਸਾ ਵੀ ਆਏਗਾ ਕਿ ਤੁਹਾਡਾ ਜ਼ੋਰ ਰਹੇਗਾ ਤਾਂ 60000 ਵੀ ਮਿਲੇਗਾ। ਕਹਿਣ ਦਾ ਮਤਲਬ ਹੈ ਕਿ ਅਗਰ ਅਸੀਂ ਆਪਣੀ ਆਵਾਜ਼ ਜਿਹੜੀ ਹੈਗੀ ਠੀਕ ਤਰੀਕੇ ਨਾਲ ਰੱਖਦੇ ਹੈਗੇ ਆ ਤਾਂ ਸਰਕਾਰਾਂ ਨੂੰ ਵੀ ਝੁਕਣਾ ਪੈਂਦਾ ਹੈਗਾ। ਔਰ ਜਿਹੜੀ ਤੁਸੀਂ ਹੁਣ ਆਪਣੀ ਆਵਾਜ਼ ਰੱਖੀ ਹੈ ਕਿ ਬਈ ਮਿਨੀਮਮ ਸਪੋਰਟ ਪ੍ਰਾਈਸ ਜਿਹੜਾ ਹੈਗਾ ਕਾਨੂੰਨੀ ਅਧਿਕਾਰ ਬਣਾਤਾ ਜਾਏ, ਐਸੀ ਕੋਈ ਗੱਲ ਨਹੀਂ ਹੈ ਕਿ ਸਰਕਾਰ ਕੋਲ ਪੈਸਾ ਨਹੀਂ ਹੈ। ਸਾਡੇ ਕਈ ਅੰਕਲਨ ਆ ਚੁੱਕੇ ਹੈਗੇ, ਉਹ ਕਹਿੰਦੇ ਹੈਗੇ ਜ਼ਿਆਦਾ ਤੋਂ ਜ਼ਿਆਦਾ ਜਿਹੜਾ ਖਰਚਾ ਹੋਏਗਾ ਉਹ ਤਕਰੀਬਨ 2.5 ਲੱਖ ਕਰੋੜ ਦੇ ਵਿੱਚ ਖਰਚਾ ਹੋਏਗਾ ਕਿਸਾਨਾਂ ਨੂੰ, ਅਗਰ ਸਾਰਾ ਅਸੀਂ ਨਿਊਨਤਮ ਕਰ ਦਈਏ ਕਿ ਸਾਰੀ ਫਸਲਾਂ ਤੇ 23 ਫਸਲਾਂ ਤੇ ਸਰਕਾਰ ਤੁਹਾਡਾ ਜਿਹੜਾ ਹੈਗਾ ਇਹ ਖਰੀਦੇਗੀ ਨਹੀਂ, ਲੇਕਿਨ ਇਹ ਅਸ਼ੋਰ ਕਰੇਗੀ ਕਿ ਬਈ ਉਹਦੇ ਥੱਲੇ ਕੋਈ ਖਰੀਦ ਨਹੀਂ ਹੋਏਗੀ, MSP ਤੋਂ ਥੱਲੇ ਖਰੀਦ ਨਹੀਂ ਹੋਏਗੀ। ਤੁਹਾਨੂੰ ਇਹ ਵੀ ਬੋਲਿਆ ਜਾਏਗਾ ਕਿ ਸਾਹਿਬ ਇਹ ਪੈਸਾ ਕਿੱਥੋਂ ਆਏਗਾ। ਜਿਹੜਾ 7ਵਾਂ ਵੇਤਨ ਆਯੋਗ ਆਇਆ ਸੀਗਾ, ਜਿਹੜਾ 7ਵਾਂ ਵੇਤਨ ਆਯੋਗ ਆਇਆ ਹੈਗਾ, ਉਹਦੇ ਨਾਲ ਜਦੋਂ ਸਾਰੇ ਦੇਸ਼ ਵਿੱਚ ਇੰਪਲੀਮੈਂਟ ਹੋ ਜਾਏਗਾ, ਯਾਨੀ PSUs ਜਿਹੜੇ ਹੈਗੇ ਪਬਲਿਕ ਸੈਕਟਰ ਅੰਡਰਟੇਕਿੰਗ ਜਾਂ ਜਿਹੜੇ ਆਪਣੇ ਸਟੇਟ ਗਵਰਨਮੈਂਟਸ ਦੇ EMPLOYEES ਆ ਉਹਨਾਂ ਨੂੰ ਮਿਲ ਜਾਏਗਾ, ਤਾਂ ਇੱਕ ਕ੍ਰੈਡਿਟ ਸਵਿਸ ਨੇ ਇੱਕ ਦੱਸਿਆ ਸੀਗਾ ਕਿ 4,80,000 ਕਰੋੜ ਰੁਪਏ ਦਾ ਉਹਦਾ ਅਤਿਰਿਕਤ ਖਰਚਾ ਹੋਏਗਾ ਹਰ ਸਾਲ। 7ਵਾਂ ਵੇਤਨ ਆਯੋਗ ਤਕਰੀਬਨ 6-7% ਪਾਪੂਲੇਸ਼ਨ ਨੂੰ ਜ਼ਿਆਦਾ ਜ਼ਿਆਦਾ ਜਿਹੜੀ ਜਨਸੰਖਿਆ ਉਹਨੂੰ ਮਿਲਦਾ ਹੈਗਾ। ਅਸੀਂ ਇੱਥੇ ਕਿਸਾਨ ਜਿਹੜੇ ਭਰਾ ਹੈਗੇ ਸਾਰੇ ਦੇਸ਼ ਵਿੱਚ 60 ਕਰੋੜ ਦੇ ਆਸ-ਪਾਸ, ਯਾਨੀ ਤਕਰੀਬਨ 50% ਦੇਸ਼ ਦੀ ਜਿਹੜੀ ਜਨਸੰਖਿਆ ਹੈ ਉਹ ਕਿਸਾਨਾਂ ਦੀ ਹੈ। ਤਾਂ ਜੇ ਅਸੀਂ 2.5 ਲੱਖ ਕਰੋੜ ਰੁਪਇਆ 60 ਕਰੋੜ ਵਾਸਤੇ ਨਹੀਂ ਅਸੀਂ ਦੇ ਸਕਦੇ ਹਾਂ, ਤਾਂ ਮੈਨੂੰ ਨਹੀਂ ਸਮਝ ਆਉਂਦਾ ਕਿ ਅਸੀਂ 4-5-6% ਵਾਸਤੇ ਅਸੀਂ 4,80,000 ਕਰੋੜ ਰੁਪਏ ਦੇਤਾ ਔਰ ਕਿਸੇ ਨੇ ਨਹੀਂ ਪੁੱਛਿਆ ਕਿ ਇਹ ਪੈਸਾ ਕਿੱਥੋਂ ਆਏਗਾ, ਕਿਸੇ ਨੇ ਨਹੀਂ ਬੋਲਿਆ ਕਿ ਇਹ ਵਿੱਤੀ ਘਾਟਾ ਹੋ ਜਾਏਗਾ। ਪਰ ਜਦ ਕਿਸਾਨਾਂ ਦੀ ਗੱਲ ਆਉਂਦੀ ਹੈ ਤਾਂ ਸਾਰੇ ਲੋਕ ਹੀ ਕਹਿੰਦੇ ਆ ਉਹ ਪੈਸਾ ਕਿੱਥੋਂ ਆਏਗਾ, ਇਹ ਤਾਂ ਨਰਕ ਵਿੱਚ ਗਿਆ, ਇਹਦਾ ਕੋਈ ਮਤਲਬ ਹੀ ਨਹੀਂ ਆਇਆ, ਤਾਂ ਇਹ ਤਾਂ ਵੇਸਟ ਹੋ ਗਿਆ ਹੈ, ਇਹ ਸਾਰੀ ਗੱਲਾਂ ਹੁੰਦੀਆਂ ਹੈਗੀਆਂ। ਤੁਹਾਨੂੰ ਇੱਕ ਗੱਲ ਤਾਂ ਇਹ ਸਮਝਣੀ ਹੈਗੀ ਕਿ ਪੈਸੇ ਦੀ ਕਮੀ ਨਹੀਂ ਹੈਗੀ ਹੈ, ਜੋ ਤੁਹਾਨੂੰ ਬੋਲਿਆ ਜਾਏ ਤੁਹਾਡੀ ਜਿਹੜੀ ਹਿੰਮਤ ਹੈਗੀ ਹੈ ਉਹਦੀ ਦਾਤ ਦੇਣੀ ਹੈ ਕਿ ਤੁਸੀਂ ਸਰਕਾਰ ਨੂੰ ਹੁਣ ਉਹਦੇ ਵਿੱਚ ਚਰਚਾ ਹੋ ਰਹੀ ਹੈ ਕਿ ਬਈ ਇਹ ਕਿਸ ਤਰ੍ਹਾਂ ਕਰੀਏ ਕਿ 23 ਫਸਲਾਂ ਦੇ ਉੱਪਰ ਜੋ ਇਹਨਾਂ ਨੂੰ ਇੱਕ MSP ਹੈ ਉਹ ਲੀਗਲ ਬਣ ਜਾਏ ਜਾਂ ਕਾਨੂੰਨੀ ਅਧਿਕਾਰ ਬਣ ਜਾਏ। ਦੂਜੀ ਗੱਲ ਹੈ ਕਿ ਤੁਸੀਂ ਸਰਕਾਰ ਜਦ ਕਹਿੰਦੀ ਹੈ ਕਿ 2.5 ਲੱਖ ਵੀ ਸਾਡੇ ਕੋਲ ਨਹੀਂ ਹੈਗਾ, ਕੋਈ ਕਹਿੰਦਾ 17 ਲੱਖ ਕਰੋੜ ਹੋਏਗਾ, ਉਹ ਤਾਂ ਖੈਰ ਮੈਂ ਤੁਹਾਨੂੰ ਪਹਿਲੇ ਕਿਹਾ ਕਿ ਉਹ ਗਲਤ ਹੈ, ਲੇਕਿਨ ਕੋਈ ਕਹਿੰਦਾ 4 ਲੱਖ ਕਰੋੜ ਰੁਪਏ ਹੋਏਗਾ ਸਾਲ ਦਾ ਜਿਹੜਾ ਅਤਿਰਿਕਤ ਖਰਚਾ ਹੋਏਗਾ। ਤੁਸੀਂ ਦੇਖੋ ਅਸੀਂ 2014 ਤੋਂ ਅੱਜ ਤੱਕ ਯਾਨੀ 2021 ਵਿੱਚ ਆ ਗਏ ਹਾਂ, 2020 ਤੱਕ ਲਈ 6 ਸਾਲਾਂ ਵਿੱਚ 6 ਸਾਲਾਂ ਵਿੱਚ ਅਸੀਂ 8 ਲੱਖ ਕਰੋੜ ਕਾਰਪੋਰੇਟ ਦਾ ਮਾਫ ਕਰ ਚੁੱਕੇ ਹੈਗੇ। 8 ਲੱਖ ਕਰੋੜ ਵਿੱਚ ਕਿਸੇ ਨੇ ਨਹੀਂ ਕਿਹਾ ਕਿ ਪੈਸਾ ਕਿੱਥੋਂ ਆਏਗਾ। ਉਹ ਹੁਣ ਵੀ ਕਹਿ ਰਹੇ ਕਿ ਬੈਂਕਾਂ ਨੂੰ ਕਿਹਾ ਜਾ ਰਿਹਾ ਕਿ ਵੀ ਤੁਸੀਂ ਪੈਸਾ ਹੋਰ ਸਰਕਾਰ ਬੈਂਕਾਂ ਨੂੰ ਦੇ ਤਾਂ ਕਿ ਉਹ ਖਾਣਾ ਪੂਰਤੀ ਕਰੇ। ਮਤਲਬ ਕਹਿੰਦਾ ਕਾਰਪੋਰੇਟ ਵਾਸਤੇ 8 ਲੱਖ ਕਰੋੜ ਰੁਪਏ ਕਿਸੇ ਨੂੰ ਭਾਰ ਨਹੀਂ ਹੈ, ਕਿਸੇ ਨੂੰ ਤਕਲੀਫ ਨਹੀਂ ਹੈ, ਪਰ ਤੁਹਾਡੇ ਵਾਸਤੇ 2 ਲੱਖ 3 ਲੱਖ 4 ਲੱਖ ਜੇ ਹੋ ਜਾਏ ਤਾਂ ਸਾਰਾ ਹੰਗਾਮਾ ਹੋ ਜਾਂਦਾ। ਵੀਰੋ ਤੁਸੀਂ ਇਹ ਸਮਝਣਾ ਹੈਗਾ ਕਿ ਤੁਹਾਡੀ ਜਿਹੜੀ ਆਵਾਜ਼ ਤੁਸੀਂ ਇਸ ਟਾਈਮ ਬੁਲੰਦ ਕੀਤੀ ਹੈ ਉਹ ਕਿੰਨਾ ਉਹਦਾ ਮਤਲਬ ਹੈਗਾ, ਔਰ ਤੁਹਾਨੂੰ ਇਹ ਸਮਝ ਕੇ ਜਦ ਤੁਸੀਂ ਆਵਾਜ਼ ਆਪਣੇ ਘਰਾਂ 'ਚ ਜਾਂ ਜਿੱਥੇ ਵੀ ਤੁਸੀਂ ਗੱਲ ਕਰਦੇ ਹੋ ਜਦ ਲੋਕਾਂ ਨੂੰ ਸਮਝਾਉਂਦੇ ਹੋ ਉਹਨਾਂ ਨੂੰ ਸਮਝ ਆਉਂਦੀ ਹੈਗੀ ਹੈ, ਔਰ ਇਹੀ ਸਮਝ ਇੰਨੇ ਸਾਲਾਂ ਤੋਂ ਜਿਹੜੀ ਵੱਧਦੀ ਗਈ ਹੈ ਬਣਦੀ ਗਈ ਹੈ ਉਹਦਾ ਹੀ ਰਿਜ਼ਲਟ ਹੈ ਕਿ ਤੁਸੀਂ ਅੱਜ ਇੰਨੀ ਹਿੰਮਤ ਕਰਕੇ ਇੰਨੇ ਮਹੀਨਿਆਂ ਤੋਂ ਤੁਸੀਂ ਇਸ ਮੂਵਮੈਂਟ ਵਿੱਚ ਜੁੜੇ ਹੋਏ ਹੋਗੇ। ਤੇ ਇਹ ਮੈਨੂੰ ਲੱਗਦਾ ਹੈ ਕਿ ਇੱਕ ਇਹਦੇ ਨਾਲ ਮੈਂ ਤੁਹਾਨੂੰ ਇੱਕ ਹੋਰ ਗੱਲ ਜੋੜਨਾ ਚਾਹੁੰਦਾ। ਇਹ ਕਿਹਾ ਜਾਂਦਾ ਕਿ ਇਹ ਪੰਜਾਬ ਦੇ ਅਮੀਰ ਕਿਸਾਨ ਹੈਗੇ ਹੈ ਜਿਹੜਾ ਕਿ ਇਹ ਅੰਦੋਲਨ ਕਰ ਰਹੇ ਹੈਗੇ, ਇਹ ਤੁਸੀਂ ਬਹੁਤ ਵਾਰੀ ਸੁਣਿਆ ਹੋਵੇਗਾ। ਹੁਣੀ ਇੱਕ ਸਟੱਡੀ ਆਈ ਹੈ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੀ, ਉਹ ਕਹਿੰਦੀ ਹੈ ਕਿ ਪੰਜਾਬ ਦੇ ਕਿਸਾਨਾਂ ਦੇ ਉੱਪਰ, ਵੀਰੋ ਤੁਸੀਂ ਸੁਣੋ ਭੈਣੋ, ਸਮਝਣਾ ਬਹੁਤ ਜ਼ਰੂਰੀ ਹੈ ਕਿ 1 ਲੱਖ ਕਰੋੜ ਰੁਪਏ ਦਾ ਅੱਜ ਕਰਜ਼ਾ ਹੈਗਾ ਪੰਜਾਬ ਦੇ ਕਿਸਾਨਾਂ ਦੇ ਉੱਪਰ। 1 ਲੱਖ ਕਰੋੜ ਰੁਪਏ ਦਾ ਕਰਜ਼ਾ ਹੈਗਾ ਤੁਹਾਡੇ ਸਿਰ ਦੇ ਉੱਪਰ। ਔਰ ਜੇ ਤੁਸੀਂ ਅਮੀਰ ਕਿਸਾਨ ਹੁੰਦੇ ਤਾਂ ਤੁਸੀਂ 2 ਮਹੀਨੇ ਇਹ ਟਰਾਲੀਆਂ ਵਿੱਚ ਔਰ ਟੈਂਟਾਂ ਦੇ ਥੱਲੇ ਆ ਕੇ ਨਹੀਂ ਰਹਿੰਦਾ ਅਮੀਰ ਆਦਮੀ। ਅਮੀਰ ਆਦਮੀ ਨੂੰ 4 ਦਿਨ ਤੁਸੀਂ ਬੁਲਾ ਲਓ ਜਾਂ 1 ਦਿਨ ਵੀ ਬੁਲਾ ਲਓ ਕਿ ਆ ਕੇ ਇੱਥੇ ਤੁਹਾਡੇ ਨਾਲ ਟੈਂਟਾਂ ਵਿੱਚ ਰਹਿ ਲੈ ਜਾਂ ਟਰਾਲੀ ਵਿੱਚ ਰਹਿ ਲੈ, ਤਾਂ ਫਿਰ ਉਹ ਆਪਣੀ ਅਮੀਰੀ ਭੁੱਲ ਜਾਏਗਾ। ਕਹਿਣ ਦਾ ਮਤਲਬ ਹੈ ਕਿ ਤੁਸੀਂ ਇੰਨੀ ਹਿੰਮਤ ਕੀਤੀ ਹੈ, ਜੇ ਤੁਸੀਂ ਅਮੀਰ ਹੁੰਦੇ ਤੁਸੀਂ ਵੀ ਸ਼ਾਇਦ ਇੱਥੇ ਨਹੀਂ ਹੁੰਦੇ, ਪਰ ਤੁਹਾਡੀ ਜਿਹੜੀ ਦਰਦ ਹੈ, ਜਿਹੜੀ ਪੀੜਾ ਹੈਗੀ ਆ ਉਹ ਸਾਡੇ ਸਾਹਮਣੇ ਹੈਗੀ ਆ, ਉਹਨੂੰ ਅਸੀਂ ਲੱਗਦਾ ਕਿ ਹੁਣ ਸਾਰੇ ਦੇਸ਼ ਨੂੰ ਸਾਰੇ ਸਮਾਜ ਨੂੰ ਸਮਝਣ ਦੀ ਜ਼ਰੂਰਤ ਹੈਗੀ ਹੈ।
ਪੰਜਾਬ ਵਿੱਚ ਜਿਸ ਤਰੀਕੇ ਨਾਲ ਆਤਮ ਹੱਤਿਆ ਹੋ ਰਹੀਆਂ ਹੈਗੀਆਂ, ਪੰਜਾਬ ਨੇ ਜਿਹੜੇ ਰਿਕਾਰਡ ਤੋੜੇ ਹੈਗੇ ਪੈਦਾਵਾਰ ਦੇ, ਇੱਕ ਤਰਫ ਤਾਂ ਰਿਕਾਰਡ ਤੋੜੇ ਹੈਗੇ ਔਰ ਇੱਕ ਤਰਫ ਆਤਮ ਹੱਤਿਆ ਹੁੰਦੀ ਹੈ। ਜੇ ਅਮੀਰ ਹੁੰਦੇ ਪੰਜਾਬ ਦੇ ਕਿਸਾਨ ਤਾਂ ਇਹ ਸਭ ਨਹੀਂ ਹੋਣਾ ਸੀਗਾ। ਅੱਜ ਅਸੀਂ ਸੋਚਦੇ ਹਾਂ ਕਿ ਅਮਰੀਕਾ ਦਾ ਕਿਸਾਨ ਬੜਾ ਅਮੀਰ ਹੈਗਾ, ਲੈ ਅਮਰੀਕਾ ਦਾ ਕਿਸਾਨ ਵੀ ਅਮੀਰ ਹੁੰਦਾ ਤਾਂ ਅਮਰੀਕਾ ਦੇ ਕਿਸਾਨ ਨੂੰ ਹਰ ਸਾਲ ਵਿੱਚ 62,000 ਡਾਲਰ ਹਰ ਵਾਰ ਮਿਲਦੇ ਆ ਸਬਸਿਡੀ ਦੇ। 62,000 ਡਾਲਰ ਮਤਲਬ ਹੈਗਾ ਤਕਰੀਬਨ 48 ਲੱਖ ਰੁਪਇਆ ਜਿਹੜਾ ਹੈਗਾ ਇੱਕ ਕਿਸਾਨ ਨੂੰ ਉੱਥੇ ਮਿਲਦਾ ਹੈਗਾ ਸਬਸਿਡੀ। ਜੇ ਉਹ ਅਮੀਰ ਹੁੰਦੇ ਤਾਂ ਸਬਸਿਡੀ ਤੇ ਨਹੀਂ ਟਿਕੇ ਹੋਣੇ ਸੀਗੇ। ਸਮਝਣਾ ਇਹ ਹੈਗਾ ਕਿ ਉੱਥੇ ਵੀ ਇਹ ਸਿਸਟਮ ਫੇਲ ਹੋ ਗਿਆ ਜਿਹੜਾ ਕਿ ਅਸੀਂ ਹੁਣ ਹਿੰਦੁਸਤਾਨ 'ਚ ਲੈ ਕੇ ਆ ਰਹੇ ਹੈਗੇ ਆ। ਉਹ ਸਿਸਟਮ ਯੂਰਪ ਵਿੱਚ ਵੀ ਫੇਲ ਹੋ ਗਿਆ, ਉਹ ਸਿਸਟਮ ਆਸਟ੍ਰੇਲੀਆ ਵਿੱਚ ਵੀ ਫੇਲ ਹੋ ਗਿਆ, ਉਹ ਸਿਸਟਮ ਕੈਨੇਡਾ ਵਿੱਚ ਵੀ ਫੇਲ ਹੋ ਗਿਆ। ਹੁਣ ਸਾਡੇ ਮੁਲਕ ਵਿੱਚ ਉਹ ਸਿਸਟਮ ਲੈ ਕੇ ਆਇਆ ਜਾ ਰਿਹਾ ਹੈਗਾ। ਜਿਹੜੇ ਤੁਸੀਂ 3 ਜਿਹੜੇ ਕਾਨੂੰਨ ਹੈਗੇ ਆ ਉਹ ਬੇਸਿਕਲੀ ਉਹੀ ਜਿਹੜਾ ਮਾਡਲ ਹੈਗਾ ਜਿਹੜਾ ਫੇਲ ਹੋ ਚੁੱਕਾ ਅਮਰੀਕਾ ਔਰ ਯੂਰਪ ਵਿੱਚ, ਉਹ ਅਸੀਂ ਹਿੰਦੁਸਤਾਨ ਵਿੱਚ ਹੁਣ ਲੈ ਕੇ ਆ ਰਹੇ ਹਾਂ। ਔਰ ਨਾਲ ਇਹ ਬੋਲ ਰਹੇ ਕਿ ਉੱਥੇ ਬਹੁਤ ਸਕਸੈਸਫੁਲ ਹੋਇਆ ਸੀਗਾ, ਉੱਥੇ ਬਹੁਤ ਇਹਦੇ ਨਾਲ ਕਿਸਾਨਾਂ ਦੀ ਇਨਕਮ ਬੜੀ ਸੀਗੀ, ਇੱਥੇ ਵੀ ਤੁਹਾਡੀ ਇਨਕਮ बढ़ेगी। इस झांसे ਵਿੱਚ ਨਾ ਰਹੋ, ਇਸ ਝਾਂਸੇ ਵਿੱਚ ਨਾ ਰਹੋ। ਕੋਸ਼ਿਸ਼ ਕਰੋ ਸਮਝਣ ਦੀ ਕਿ ਅਮਰੀਕਾ ਦਾ ਕਿਸਾਨ ਅੱਜ ਇੰਨਾ ਦੁਖੀ ਕਿਉਂ ਹੈ, ਉਹ ਆਪਣੀ ਖੇਤੀ ਕਿਉਂ ਛੱਡ ਚੁੱਕਿਆ, ਉੱਥੇ ਆਤਮ ਹੱਤਿਆ ਦਾ ਦੌਰ ਕਿਉਂ ਚੱਲ ਰਿਹਾ ਹੈਗਾ। ਇਹ ਨਹੀਂ ਕਿ ਸੋਚੋ ਕਿ ਆਤਮ ਹੱਤਿਆ ਪੰਜਾਬ 'ਚ ਹੀ ਹੋ ਰਹੀ ਹੈ ਜਾਂ ਆਪਣੇ ਦੇਸ਼ ਵਿੱਚ ਹੋ ਰਹੀ ਹੈ। ਆਤਮ ਹੱਤਿਆ ਅਮਰੀਕਾ 'ਚ ਵੀ ਹੋ ਰਹੀ ਹੈ, ਆਤਮ ਹੱਤਿਆ ਯੂਰਪ 'ਚ ਵੀ ਹੋ ਰਹੀ ਹੈ, ਆਤਮ ਹੱਤਿਆ ਆਸਟ੍ਰੇਲੀਆ ਵਿੱਚ ਵੀ ਹੋ ਰਹੀ ਹੈ, ਜਿੱਥੇ ਕਿ ਬਹੁਤ ਬੜੇ ਖੇਤ ਹੈਗੇ ਆ। ਤਾਂ ਉਹ ਅਗਰ ਕ੍ਰਾਈਸਿਸ ਵਿੱਚ ਹੈਗੇ ਆ, ਇਹ ਜਿਹੜਾ ਸਿਸਟਮ ਅਸੀਂ ਲੈ ਕੇ ਆ ਰਹੇ ਹਾਂ, ਤਾਂ ਤੁਸੀਂ ਸਮਝ ਸਕਦੇ ਹੋ ਕਿ ਤੁਹਾਡੇ ਵਾਸਤੇ ਕਿੰਨਾ ਬੜਾ ਖਤਰਾ ਹੈਗਾ। ਅਮਰੀਕਾ ਨੇ ਤਾਂ ਆਪਣੇ ਕਿਸਾਨ ਕੱਢਤੇ ਖੇਤੀ ਵਿੱਚੋਂ। ਅੱਜ ਤਕਰੀਬਨ 1.5% ਉਹਨਾਂ ਦਾ ਜਿੰਨੀ ਵੀ ਜਨਸੰਖਿਆ ਹੈਗੇ ਉਨੇ ਕਿਸਾਨ ਰਹਿ ਗਏ ਹੈਗੇ ਆ। ਪਰ ਸਾਡੇ ਦੇਸ਼ ਵਿੱਚ ਅਸੀਂ ਜਿਸ ਪਹਿਲੇ ਕਿਹਾ ਸੀਗਾ 60 ਕਰੋੜ ਪਰਿਵਾਰ ਨੂੰ ਮਿਲਾ ਲਈਏ ਤਾਂ ਕਿਸਾਨ ਹੈਗੇ ਆ। ਸਾਨੂੰ ਆਪਣੀ ਜਿਹੜੀ ਇਹ ਜ਼ਮੀਰ ਹੈ ਇਹਨੂੰ ਨਹੀਂ ਵੇਚਣਾ ਹੈਗਾ, ਸਾਨੂੰ ਇਹ ਕੋਸ਼ਿਸ਼ ਕਰਨੀ ਚਾਹੀਦੀ ਹੈ ਅਸੀਂ ਆਪਣੀ ਆਵਾਜ਼ ਨੂੰ ਹੋਰ ਬੁਲੰਦ ਕਰੀਏ। ਔਰ ਮੈਨੂੰ ਬੜਾ ਹੀ ਅੱਛਾ ਤਾਂ ਮੈਂ ਤਾਂ ਕੋਸ਼ਿਸ਼ ਕਰਦਾ ਜਦ ਵੀ ਇੱਥੋਂ ਕਿਤੇ ਜਾਂਦਾ ਹੋਵਾਂ ਤਾਂ ਇੱਕ ਮੱਥਾ ਤੁਹਾਡੇ ਸਾਹਮਣੇ ਵੀ ਆ ਕੇ ਟੇਕ ਲਵਾਂ ਕਿ ਤੁਸੀਂ ਜੋ ਅੱਜ ਕੀਤਾ ਹੈਗਾ ਦੁਨੀਆ ਅੱਜ ਉਹਦੀ ਦਾਤ ਦੇ ਰਹੀ ਹੈ। ਇੱਕ ਜ਼ਮਾਨਾ ਆਏਗਾ ਸਰ, 1-2 ਸਾਲ ਦੀ ਗੱਲ ਦੇਖੋ, ਸਾਰੀ ਦੁਨੀਆ ਤੁਹਾਡੇ ਨਾਂ ਤੇ ਹੀ ਅੱਜ ਜਿਹੜਾ ਫਖਰ ਮਹਿਸੂਸ ਕਰੇਗੀ। ਇਹਨਾਂ ਨੇ ਸਾਨੂੰ ਰਸਤਾ ਦਿਖਾਇਆ ਔਰ ਪੰਜਾਬ ਦੇ ਕਿਸਾਨ, ਹਰਿਆਣਾ ਦੇ ਕਿਸਾਨ ਜਾਂ ਹੁਣ ਅੱਜ ਹਿੰਦੁਸਤਾਨ ਦੇ ਕਿਸਾਨ, ਤੁਹਾਨੂੰ ਬਹੁਤ ਬੜਾ ਸੈਲੂਟ ਹੈਗਾ ਕਿ ਤੁਸੀਂ ਦੁਨੀਆ ਨੂੰ ਅੱਜ ਹਿਲਾ ਕੇ ਰੱਖਤਾ ਹੈਗਾ। ਬਹੁਤ ਧੰਨਵਾਦ, ਸ਼ੁਕਰੀਆ।